ਜਿਹੜਾ ਇਹ ਦੀਪਕ ਟੀਨੂ ਵਾਲਾ ਕੇਸ ਆ ਉਹਦੀ ਜਿਹੜੀ ਗਰਲਫ੍ਰੈਂਡ ਸੀਗੀ ਉਹ ਪੰਜਾਬ ਪੁਲਿਸ ਨੇ ਅਰੈਸਟ ਕੀਤੀ ਆ। ਉਹ ਪੁਲਿਸ ਅਫੀਸ਼ੀਅਲ ਨਹੀਂ ਆ ਲੜਕੀ, ਔਰ ਉਸ ਤੋਂ ਬਾਅਦ ਦੇ ਵਿੱਚ ਉਹ ਜ਼ੀਰਕਪੁਰ ਦੇ ਵਿੱਚ ਕਿਸੇ ਫਲੈਟ ਦੇ ਵਿੱਚ ਰਹਿ ਰਹੀ ਸੀਗੀ ਔਰ ਜ਼ੀਰਕਪੁਰ ਦੇ ਵਿੱਚ। ਔਰ ਉਸ ਤੋਂ ਬਾਅਦ 'ਚ ਜਦੋਂ ਇਹ ਦੀਪਕ ਟੀਨੂ ਨਾਲ ਟੱਚ ਸੀਗੀ, ਜਿਸ ਦਿਨ ਇਹ ਅਬਸਕੌਂਡ ਕੀਤਾ ਹੈ ਉਸ ਦਿਨ ਇਸੇ ਲੜਕੀ ਨੂੰ ਹੀ ਮਿਲਿਆ ਸੀਗਾ। ਇਹ ਲੜਕੀ ਹੀ ਉਹਨੂੰ ਮਿਲੀ ਸੀਗੀ ਔਰ ਇਹਨਾਂ ਨੇ ਇਕੱਠੇ ਉੱਥੋਂ ਅਬਸਕੌਂਡ ਕੀਤਾ ਸੀਗਾ। ਜਿਹੜਾ ਪ੍ਰਿਤਪਾਲ ਆ ਉਹਦੇ ਫਲੈਟ ਦੇ ਵਿੱਚ ਦੋਨੋਂ ਮਿਲੇ ਆ। ਮਿਲਣ ਤੋਂ ਬਾਅਦ ਦੇ ਵਿੱਚ ਇਹ ਦੋਨੋਂ ਇਕੱਠੇ ਉੱਥੋਂ ਇਹਨਾਂ ਨੇ ਐਸਕੇਪ ਕੀਤਾ ਹੈ, ਮਤਲਬ ਲੜਕੀ ਨਾਲ ਗਈ ਆ। ਦੇਖੋ ਜੇਲ੍ਹ ਦੇ ਵਿੱਚੋਂ ਜਦੋਂ ਆਪਾਂ ਕਹਿੰਦੇ ਕਿ ਰਿਕਵਰੀ ਹੋਈ ਐਂਡ ਉਹਦੇ 'ਚ ਜੇਲ੍ਹ ਦਾ ਕਨੈਕਸ਼ਨ ਨਜ਼ਰ ਆਇਆ, ਜੇਲ੍ਹ ਦੇ ਵਿੱਚੋਂ ਬੰਦਾ ਆਪਰੇਟ ਕਰ ਰਿਹਾ ਸੀਗਾ। ਇਹ ਸਾਰੀਆਂ ਚੀਜ਼ਾਂ ਦਿਸ ਇੰਡੀਕੇਟਸ ਕਿ ਆਪਾਂ ਪ੍ਰੋਐਕਟਿਵ ਹੋ ਕੇ ਬੰਦੇ ਫੜ ਰਹੇ ਹਾਂ। ਜਿਹੜਾ ਇਹ ਦੀਪਕ ਟੀਨੂ ਵਾਲਾ ਕੇਸ ਆ ਉਹਦੀ ਜਿਹੜੀ ਗਰਲਫ੍ਰੈਂਡ ਸੀਗੀ ਉਹ ਪੰਜਾਬ ਪੁਲਿਸ ਨੇ ਅਰੈਸਟ ਕੀਤੀ ਆ। ਉਹ ਥੋੜਾ ਜਿਹਾ ਮੈਂ ਵਿਦਆਊਟ ਨੇਮਿੰਗ ਥੋੜੀ ਜਿਹੀ ਡਿਟੇਲਸ ਦੱਸ ਦਿੰਦਾ ਮੈਂ। ਉਹ ਲੜਕੀ ਜਿਹੜੀ ਫੜੀ ਆ, ਇੱਕ ਤਾਂ ਕਈਆਂ ਨੂੰ ਕਨਫਿਊਜ਼ਨ ਸੀਗੀ ਕਿ ਕੋਈ ਲੜਕੀ ਕੋਈ ਪੁਲਿਸ ਅਫੀਸ਼ੀਅਲ ਸੀਗੀ। ਸੋ ਬਿਲਕੁਲ ਕਲੀਅਰ ਆ ਉਹ ਪੁਲਿਸ ਅਫੀਸ਼ੀਅਲ ਨਹੀਂ ਆ ਲੜਕੀ। ਉਹਨੇ ਜਿਹੜਾ ਸੀ ਬੈਕਗਰਾਊਂਡ ਆ, ਉਹਨੇ ਮੇਕਅਪ ਆਰਟਿਸਟ ਦਾ ਕੋਰਸ ਕੀਤਾ ਕਿਸੇ ਜਗ੍ਹਾ ਤੋਂ, ਔਰ ਉਸ ਤੋਂ ਬਾਅਦ ਦੇ ਵਿੱਚ ਉਹ ਜ਼ੀਰਕਪੁਰ ਦੇ ਵਿੱਚ ਕਿਸੇ ਫਲੈਟ ਦੇ ਵਿੱਚ ਰਹਿ ਰਹੀ ਸੀਗੀ ਔਰ ਜ਼ੀਰਕਪੁਰ ਦੇ ਵਿੱਚ। ਔਰ ਉਸ ਤੋਂ ਬਾਅਦ 'ਚ ਜਦੋਂ ਇਹ ਦੀਪਕ ਟੀਨੂ ਨਾਲ ਟੱਚ ਸੀਗੀ, ਜਿਸ ਦਿਨ ਇਹ ਅਬਸਕੌਂਡ ਕੀਤਾ ਹੈ ਉਸ ਦਿਨ ਇਸੇ ਲੜਕੀ ਨੂੰ ਹੀ ਮਿਲਿਆ ਸੀਗਾ। ਇਹ ਲੜਕੀ ਹੀ ਉਹਨੂੰ ਮਿਲੀ ਸੀਗੀ ਔਰ ਇਹਨਾਂ ਨੇ ਇਕੱਠੇ ਉੱਥੋਂ ਅਬਸਕੌਂਡ ਕੀਤਾ ਸੀਗਾ। ਉਸ ਤੋਂ ਬਾਅਦ ਲਗਾਤਾਰ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਸੀ। ਉਹਨਾਂ ਨੇ ਉਹਨੂੰ ਟਰੈਕ ਕਰਕੇ ਲੜਕੀ ਨੂੰ ਫਿਰ ਮੁੰਬਈ ਤੋਂ, ਜਦੋਂ ਮਾਲਦੀਵਸ ਦੀ ਉਹਨੇ ਫਲਾਈਟ ਲੈਣੀ ਸੀ ਮੁੰਬਈ ਤੋਂ, ਏਅਰਪੋਰਟ ਤੋਂ ਉਹਨੂੰ ਟਰੈਕ ਕਰਕੇ ਫਿਰ ਉਹਨੂੰ ਅਰੈਸਟ ਕੀਤਾ ਲੜਕੀ ਨੂੰ। ਸੋ ਇੱਕ ਗੱਲ ਇਹਦੇ 'ਚ ਬਿਲਕੁਲ ਸਪਸ਼ਟ ਆ ਕਿ ਉਹ ਪੁਲਿਸ ਅਫੀਸ਼ੀਅਲ ਨਹੀਂ ਆ, ਨਾ ਹੀ ਉਹਦਾ ਕੋਈ ਪੁਲਿਸ ਡਿਪਾਰਟਮੈਂਟ ਦੇ ਨਾਲ ਕਿਸੇ ਤਰ੍ਹਾਂ ਦਾ ਲਿੰਕ ਆ ਉਹਦਾ ਲੜਕੀ ਨਹੀਂ। ਉਹਦੇ ਬਾਰੇ 'ਚ ਦੇਖੋ ਅਜੇ ਇਹਦੇ ਬਾਰੇ 'ਚ ਨਹੀਂ ਆ, ਕੋਈ ਇੱਦਾਂ ਦਾ ਐਵੀਡੈਂਸ ਨਹੀਂ ਮਿਲਿਆ ਅਜੇ ਤੱਕ ਕਿ ਵੀ ਇਹ ਲੜਕੀ ਉਹਦੀ ਗਰਲਫ੍ਰੈਂਡ ਸੀਗੀ। ਜਦੋਂ ਲੜਕੀ ਉਹਨੂੰ ਮਿਲਣ ਵਾਸਤੇ ਗਈ ਆ, ਇਹ ਦੋਨੇ ਜੋ ਆਪਾਂ ਨੂੰ ਪਹਿਲਾਂ ਜਿੰਨੀ ਗੱਲ ਸੀਗੀ ਕਿ ਜਿਹੜਾ ਪ੍ਰਿਤਪਾਲ ਆ ਉਹਦੇ ਫਲੈਟ ਦੇ ਵਿੱਚ ਇਹ ਦੋਨੋਂ ਮਿਲੇ ਆ। ਮਿਲਣ ਤੋਂ ਬਾਅਦ ਦੇ ਵਿੱਚ ਇਹ ਦੋਨੋਂ ਇਕੱਠੇ ਉੱਥੋਂ ਇਹਨਾਂ ਨੇ ਐਸਕੇਪ ਕੀਤਾ ਹੈ, ਮਤਲਬ ਲੜਕੀ ਨਾਲ ਗਈ ਆ, ਨਾਲ ਦੀਪਕ ਟੀਨੂ ਨੇ ਐਸਕੇਪ ਕੀਤਾ ਹੈ। ਫਿਰ ਇੱਕ ਦੋ ਜਗ੍ਹਾ ਉਹਨੇ ਦੱਸੀਆਂ ਜਿਹੜੀਆਂ ਅਜੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ, ਉਹਨੂੰ ਡਿਸਕਲੋਜ਼ ਕਰਾਂਗੇ ਤਾਂ ਉਹ ਸਫਰ ਕਰਦੀ ਆ। ਹਾਂ, ਕਾਰ ਦੇ ਵਿੱਚ ਗਏ। ਇਹ ਚੀਜ਼ਾਂ ਨਾ ਅਜੇ ਕਿਉਂਕਿ ਉਹਨੂੰ ਫੜ ਕੇ ਲਿਆਂਦਾ, ਇਹ ਚੀਜ਼ਾਂ ਅਜੇ ਵੈਰੀਫਾਈ ਕਰਨ ਵਾਲੀਆਂ ਸਾਰੀਆਂ ਦੀਆਂ ਸਾਰੀਆਂ। ਬਟ ਇੱਥੋਂ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਕੀ ਉਹਦਾ ਪ੍ਰਿਤਪਾਲ ਦੇ ਨਾਲ ਕੰਟੈਕਟ ਸਟੈਬਲਿਸ਼ ਹੋਇਆ ਕਿ ਨਹੀਂ ਹੋਇਆ, ਉਹ ਚੀਜ਼ ਅਜੇ ਇਟਸ ਪਾਰਟ ਆਫ ਇਨਵੈਸਟੀਗੇਸ਼ਨ। ਅਜੇ ਤੱਕ ਐਵੀਡੈਂਸ ਹੁਣ ਮਿਲੇਗਾ ਅੱਗੇ, ਕਿਉਂਕਿ ਅਜੇ ਤਾਂ ਉਹਨੂੰ ਫੜ ਕੇ ਲਿਆਂਦਾ ਹੈ। ਹੁਣ ਉਹਦੀ ਪੁੱਛਗਿੱਛ ਹੋਏਗੀ। ਪ੍ਰਿਤਪਾਲ ਦੀ ਪੁੱਛਗਿੱਛ ਕੱਲੀ ਜਾ ਰਹੀ ਸੀ, ਅਜੇ ਤੱਕ ਜੋ ਪਤਾ ਲੱਗਿਆ ਕੱਲੀ ਜਾ ਰਹੀ ਸੀ। ਇਹ ਸਾਰਾ ਨਾ ਜੀ ਜਦੋਂ ਹੁਣ ਤਫਤੀਸ਼ ਚੱਲੇਗੀ, ਕਿਉਂਕਿ ਉਹ ਲੜਕੀ ਨੂੰ ਅਜੇ ਫੜਿਆ ਹੀ ਆ, ਉਹਦੀ ਪੁੱਛਗਿੱਛ ਹੋਏਗੀ। ਅਜੇ ਤਾਂ ਰੂਟ ਐਸਟੈਬਲਿਸ਼ ਕਰਨਾ ਹੈ। ਜਿਹੜੀ AGTF ਇਨਵੈਸਟੀਗੇਸ਼ਨ ਕਰ ਰਹੀ ਆ, ਕਿਉਂਕਿ ਦੀਪਕ ਟੀਨੂ ਨੂੰ ਫੜਨ ਦੇ ਵਿੱਚ ਵੀ ਉਹਦੀ ਇਨਵੈਸਟੀਗੇਸ਼ਨ ਕਾਫੀ ਮਦਦ ਕਰੇਗੀ। ਜੋ ਉਹਦੇ ਤੋਂ ਫਰਦਰ ਇੰਟੈਰੋਗੇਸ਼ਨ ਹੋਏਗੀ, ਉਹਦੀ ਇਨਵੈਸਟੀਗੇਸ਼ਨ ਹੋਏਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਸਾਰੇ ਪਹਿਲੂ ਆ ਉਹ ਪ੍ਰੋਪਰ ਇਨਵੈਸਟੀਗੇਟ ਕੀਤੇ ਜਾ ਰਹੇ ਆ। ਦੇਖੋ ਜਦੋਂ ਆਪਾਂ ਮਾਨਸਾ ਦੀ ਗੱਲ ਕਰਦੇ ਹਾਂ, ਪ੍ਰਿਤਪਾਲ ਦੀ ਗੱਲ ਆਪਾਂ ਕਰ ਰਹੇ ਹਾਂ, ਉਹ ਤਾਂ ਉਹਦਾ ਕਨਾਈਵੈਂਸ ਸੀ। ਉਹ ਤਾਂ ਅਸੀਂ FIR ਦਰਜ ਕੀਤੀ ਉਹਦੇ ਖਿਲਾਫ, ਉਹਨੂੰ ਅਰੈਸਟ ਕੀਤਾ ਵਾ। ਪ੍ਰਾਈਮ ਅਫਸਾਈ ਤਾਂ ਵੀ ਬਿਲੀਵ ਕਿ ਵੀ ਉਹਦਾ ਕਨਾਈਵੈਂਸ ਸੀ। ਇਸ਼ੂ ਇਹ ਹੈ ਕਿ ਕੀ ਪ੍ਰਿਤਪਾਲ ਉਹ ਲੇਡੀ ਨਾਲ ਟੱਚ ਸੀਗਾ, ਨਹੀਂ ਟੱਚ ਸੀਗਾ, ਉਹ ਇਨਵੈਸਟੀਗੇਸ਼ਨ ਦਾ ਪਾਰਟ ਆ। ਇਨਵੈਸਟੀਗੇਸ਼ਨ ਚੱਲ ਰਹੀ ਆ। ਬਟ ਦੀਪਕ ਟੀਨੂ ਦਾ ਪ੍ਰਿਤਪਾਲ ਨਾਲ ਤਾਂ ਕਨਾਈਵੈਂਸ ਸੀ, ਤਦੇ ਹੀ ਉਹਨੂੰ ਘਰ ਲੈ ਕੇ ਗਿਆ, ਆਪਣੇ ਘਰ ਲਿਜਾ ਕੇ ਗਰਲਫ੍ਰੈਂਡ ਨਾਲ ਮਿਲਾਇਆ, ਉਸ ਤੋਂ ਬਾਅਦ ਦੌੜਿਆ। ਕਦੋਂ ਤੋਂ ਸੀਗਾ ਉਹ ਸਾਰਾ ਚੀਜ਼ਾਂ ਜਿਹੜੀਆਂ, ਕੋਈ ਕਈ ਚੀਜ਼ਾਂ ਨਾ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਹੈ। ਐਵੀਡੈਂਸ ਗੈਦਰ ਕਰਕੇ ਫਾਈਲ 'ਤੇ ਲਿਆ ਕੇ ਤੁਹਾਨੂੰ ਕਨਵਿਕਸ਼ਨ ਕਰਾਉਣ ਵਾਲੇ ਪਾਸੇ ਨੂੰ ਤੁਰਨਾ ਹੁੰਦਾ ਹੈ। ਹਰ ਚੀਜ਼ ਆਪਾਂ ਡਿਸਕਲੋਜ਼ ਕਈ ਵਾਰੀ ਕਿਸੇ ਸਟੇਜ ਦੇ ਉੱਤੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਹੜਾ ਇਨਵੈਸਟੀਗੇਸ਼ਨ ਦਾ ਓਨਾ ਹੀ ਪਾਰਟ ਡਿਸਕਲੋਜ਼ ਕੀਤਾ ਜਾ ਸਕਦਾ ਜਿਹੜਾ ਬਹੁਤ ਜ਼ਰੂਰੀ ਹੈ ਐਂਡ ਜਿਹੜਾ ਕੇਸ ਨੂੰ ਅਫੈਕਟ ਨਹੀਂ ਕਰਦਾ। ਸੋ ਇਸ ਕੇਸ ਦੇ ਵਿੱਚ ਕਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਵਿਚ ਆਰ ਪਾਰਟ ਆਫ ਇਨਵੈਸਟੀਗੇਸ਼ਨ, ਜਿਹਦੇ 'ਤੇ ਐਵੀਡੈਂਸ ਹੈਗਾ। ਬਟ ਕਿਉਂਕਿ ਇਟਸ ਅ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚੋਂ ਦੀ ਗੁਜ਼ਰਨਾ, ਕਈ ਚੀਜ਼ਾਂ ਨਹੀਂ ਆਪਾਂ ਡਿਸਕਸ ਕਰ ਸਕਦੇ। ਉਹ ਅਜੇ ਇਟਸ ਮੀਡੀਆ ਦੇ ਵਿੱਚੋਂ ਹੀ ਆਏ, ਅਜੇ ਕੋਈ ਕਲੀਅਰ ਕੱਟ ਉਹਦਾ ਐਵੀਡੈਂਸ ਨਹੀਂ ਹੈਗਾ। ਉਹ ਚੀਜ਼ਾਂ ਸਾਰੀਆਂ ਵੈਰੀਫਾਈ ਕੀਤੀਆਂ ਜਾ ਰਹੀਆਂ। ਜਿਹੜਾ ਜੇਲ੍ਹ ਦਾ ਇਸ਼ੂ ਹੈ ਨਾ ਜੀ, ਉਹਦੇ 'ਤੇ ਹੁਣ ਦੇਖੋ ਜੇਲ੍ਹ ਦੇ ਵਿੱਚੋਂ ਜਦੋਂ ਆਪਾਂ ਕਹਿੰਦੇ ਕਿ ਰਿਕਵਰੀ ਹੋਈ ਐਂਡ ਉਹਦੇ 'ਚ ਜੇਲ੍ਹ ਦਾ ਕਨੈਕਸ਼ਨ ਨਜ਼ਰ ਆਇਆ, ਜੇਲ੍ਹ ਦੇ ਵਿੱਚੋਂ ਬੰਦਾ ਆਪਰੇਟ ਕਰ ਰਿਹਾ ਸੀਗਾ। ਇਹ ਸਾਰੀਆਂ ਚੀਜ਼ਾਂ ਦਿਸ ਇੰਡੀਕੇਟਸ ਕਿ ਆਪਾਂ ਪ੍ਰੋਐਕਟਿਵ ਹੋ ਕੇ ਬੰਦੇ ਫੜ ਰਹੇ ਹਾਂ। ਜੇ ਆਪਾਂ ਅੱਖਾਂ ਮੀਟੀਆਂ ਹੋਣ, ਆਪਾਂ ਨੂੰ ਪਤਾ ਨਾ ਹੋਵੇ ਜੇਲ੍ਹ 'ਚ ਕੀ ਹੋ ਰਿਹਾ, ਫਿਰ ਆਪਾਂ ਕਹੀਏ ਕਿ ਸਾਨੂੰ ਤਾਂ ਪਤਾ ਹੀ ਨਹੀਂ। ਹੁਣ ਤਾਂ ਕੱਲਾ ਬੰਦਾ, ਇਕੱਲੇ ਬੰਦੇ 'ਤੇ, ਉਹਦੀ ਐਕਟੀਵਿਟੀਜ਼ 'ਤੇ, ਹਰ ਚੀਜ਼ 'ਤੇ ਨਜ਼ਰ ਰੱਖੀ ਜਾ ਰਹੀ।
ਇਹਦੇ ਵਿੱਚ ਜਿਹੜਾ ਚਮਕੌਰ ਸਾਹਿਬ ਤੇ ਮੋਗਾ ਫੜਿਆ ਵਾ ਇਹ ਕੰਟੀਨਿਊਟੀ 'ਚ ਹੀ ਆ। ਅਰਸ਼ ਡੱਲਾ ਜਿਹੜਾ ਇਹਦਾ ਮੇਨ ਕਿੰਗ ਪਿਨ ਅਰਸ਼ ਡੱਲਾ ਹੈ। ਜਿਹੜੇ ਦੋ ਬੰਦੇ ਪਹਿਲਾਂ ਚਮਕੌਰ ਸਾਹਿਬ ਫੜੇ ਸੀਗੇ ਉਹਨਾਂ ਦੋ ਹੀ ਲੀਡ ਮਿਲੀ ਸੀ, ਜਿਹਦੇ 'ਚ ਫਿਰ ਮੋਗਾ ਤੋਂ ਇੱਕ ਹਰਪ੍ਰੀਤ ਸਿੰਘ ਫੜਿਆ। ਤਰਨਤਾਰਨ ਵਾਲਾ ਜਿਹੜਾ ਉਹਦੇ ਵਿੱਚ ਲੰਡਾ ਰਿੰਦਾ ਇਹ ਬੰਦੇ ਜਿਹੜੇ ਨੇ ਇਹਦੇ ਕਿੰਗ ਪਿਨ ਨੇ। ਸੋ ਦੋ ਆਪਰੇਟਿਵਸ ਨੇ, ਕੁਛ ਉਸ ਏਰੀਆ 'ਚ ਸੀ ਫੜੇ, ਜਿਹੜੇ ਮੋਡਿਊਲਸ ਫੜੇ ਆ, ਜਿਹੜੇ ਰੂਰਲ ਦੇ ਵਿੱਚ ਤੇ ਤਰਨਤਾਰਨ 'ਚ ਫੜੇ ਆ, ਇੱਕ ਜਿਹੜਾ ਮੋਗਾ ਤੇ ਚਮਕੌਰ ਸਾਹਿਬ ਦੇ ਵਿੱਚ। ਦੇਖੋ ਜਿਹੜੀਆਂ ਐਕਸਟੋਰਸ਼ਨ ਕਾਲਸ ਆ ਨੇ ਇਹਦੇ ਵਿੱਚ ਜਦੋਂ ਪਹਿਲਾਂ ਵੀ ਆਪਾਂ ਇੱਕ ਵਾਰੀ ਪੂਰਾ ਐਨਾਲਿਸਿਸ ਕੀਤਾ ਸੀ, ਬਹੁਤ ਸਾਰੀਆਂ ਫੇਕ ਨਿਕਲ ਰਹੀਆਂ ਉਹਦੇ 'ਚ ਮੈਂ ਇਹੀ ਰਿਕੁਐਸਟ ਕਰੂੰਗਾ ਜਿਹਨੂੰ ਕਾਲ ਆਉਂਦੀ ਆ ਪੁਲਿਸ ਨੂੰ ਅਪਰੋਚ ਜ਼ਰੂਰ ਕਰੇ ਤਾਂ ਕੋ ਆਪਾਂ ਸਟੈਬਲਿਸ਼ ਕਰ ਲਈਏ ਕਿ ਕੀ ਉਹ ਕਾਲ ਜਿਹੜੀ ਆ ਫੇਕ ਆ ਜਾਂ ਸਹੀ ਮੈਨੇ 'ਚ ਕਿਸੇ ਗੈਂਗਸਟਰ ਨੇ ਕੀਤੀ। ਜਿਹੜਾ ਪਿਛਲੀ ਵਾਰੀ ਆਪਾਂ ਐਨਾਲਿਸਿਸ ਕੀਤਾ ਸੀਗਾ, ਕਾਫੀ ਕਾਲਸ ਆਈਆਂ ਸੀ ਜਿਹਦੇ 'ਚੋਂ ਮੈਜੋਰਿਟੀ ਕਾਲ ਜਿਹੜੀਆਂ ਸੀ ਫੇਕ ਕਾਲਸ ਨਿਕਲੀਆਂ ਸੀ। ਕੁਛ ਕਾਲਸ ਇੱਦਾਂ ਦੀਆਂ ਸੀਗੀਆਂ ਜਿਹਦੇ 'ਚ ਪੁਰਾਣੇ ਇੰਪਲੋਈਜ਼ ਇਨਵੋਲਵਡ ਸੀਗੇ। ਲੁਧਿਆਣੇ ਦੇ ਵਿੱਚ ਇੱਕ ਕੇਸ ਫੜਿਆ ਸੀ, ਅੰਮ੍ਰਿਤਸਰ 'ਚ ਫੜਿਆ ਸੀ, ਉਹ 'ਚ ਕੁਛ ਇੰਪਲੋਈਜ਼ ਇਨਵੋਲਵ ਸੀ। ਸੋ ਕਈ ਬੰਦੇ ਫੇਕ ਨਾਮ ਲੈ ਕੇ ਕਿ ਵੀ ਕਿਸੇ ਗੈਂਗਸਟਰ ਦਾ, ਕਿਸੇ ਟੈਰਰਿਸਟ ਦਾ, ਕਿਸੇ ਕ੍ਰਿਮੀਨਲ ਦਾ ਨਾਮ ਲੈ ਲਿਆ। ਸੋ ਉਹ ਚੀਜ਼ ਜਿਹੜੀ ਜੇ ਕੋਈ ਲੋਕਾਂ ਦੇ ਇੱਦਾਂ ਦੇ ਗ੍ਰੀਵੈਂਸਿਸ ਹੈਗੇ ਆ, ਨੈਚੁਰਲੀ ਲੋਕਲ ਪੁਲਿਸ ਉਹਨੂੰ ਰਿਡਰੈਸ ਕਰੇਗੀ ਜੀ। ਜੇ ਕੋਈ ਧਰਨਾ ਕਿਸੇ ਨੇ ਦਿੱਤਾ ਹੈ, ਲੋਕਲ ਜਿਹੜੇ DSP ਨੇ, SSP ਨੇ, ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੂੰ ਸੁਣਨ ਔਰ ਉਹਨਾਂ ਦੇ ਗ੍ਰੀਵੈਂਸਿਸ ਨੂੰ ਰਿਡਰੈਸ ਕਰਨਾ। ਨਹੀਂ ਜਿਹੜਾ ਉਹ ਅਜੇ ਮੇਰੀ ਨੌਲੇਜ 'ਚ ਹੁਣੇ ਹੀ ਆਇਆ, ਇਨਫੈਕਟ ਉਹਦੀ ਡਿਟੇਲ ਦੇ ਵਿੱਚ ਜਾਵਾਂਗੇ। ਬਟ ਇਹ ਜਿਹੜਾ ਜਦੋਂ ਨਾ ਦੇਖੋ ਟ੍ਰਾਂਜੀਸ਼ਨ ਫੇਜ਼ ਹੁੰਦਾ ਹੈ, ਜਦੋਂ ਆਪਾਂ ਬਹੁਤ ਸਖਤੀ ਕਰਦੇ ਹਾਂ ਨਾ, ਉਦੋਂ ਚੀਜ਼ਾਂ ਦੀ ਰਿਕਵਰੀ ਹੋਣਾ ਇਟਸੈਲਫ ਇੱਕ ਪੋਜ਼ਿਟਿਵ ਸਾਈਨ ਹੁੰਦਾ ਹੈ। ਇਹਦਾ ਮਤਲਬ ਚੀਜ਼ਾਂ ਗਲਤ ਹੱਥਾਂ 'ਚ ਨਹੀਂ ਜਾ ਰਹੀਆਂ। ਇੰਨੇ ਸਾਰੇ ਆਪਾਂ ਮੋਡਿਊਲਸ ਬਸਟ ਕੀਤੇ, 5 ਮੋਡਿਊਲ ਬਸਟ ਕੀਤੇ ਆਪਾਂ, AK-47 ਫੜੀ, AK-56 ਫੜੀ, ਵੱਡੀ ਮਾਤਰਾ 'ਚ RDX ਫੜਿਆ। ਸੋ ਇਹ ਚੀਜ਼ਾਂ ਜੇ ਕ੍ਰਿਮੀਨਲ ਐਲੀਮੈਂਟਸ ਦੇ ਹੱਥ 'ਚ ਚਲੇ ਜਾਣ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸਿਮਿਲਰਲੀ ਜੇਲ੍ਸ ਦੇ ਵਿੱਚੋਂ ਵੀ ਜਿਹੜੀਆਂ ਰਿਕਵਰੀਜ਼ ਹੋ ਰਹੀਆਂ ਨਾ, ਉਹ ਵੀ ਇੱਕ ਜੇਲ੍ਹ ਦੇ ਵਿੱਚ ਕਿਉਂਕਿ ਚੈਕਿੰਗ ਵਧੀ ਆ, ਪਲੱਸ ਸਰਵੇਲੈਂਸ ਵਧੀ ਆ, ਸੋ ਰਿਕਵਰੀਜ਼ ਹੋਣਗੀਆਂ ਜਿਨ੍ਹਾਂ ਦੇ ਕੋਲੇ ਆਲਰੇਡੀ ਜੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਜੇਲ੍ਹ ਐਡਮਿਨਿਸਟ੍ਰੇਸ਼ਨ ਚੈੱਕ ਕਰ ਰਹੀ ਆ। ਜਦੋਂ ਕਿਸੇ ਕੋਈ ਕੇਸ ਰਜਿਸਟਰ ਹੁੰਦਾ ਹੈ ਜੀ, ਉਹਦੀ ਪੂਰੀ ਤਹਿ ਤੱਕ ਇਨਵੈਸਟੀਗੇਸ਼ਨ ਹੁੰਦੀ ਆ। ਨਹੀਂ ਇਹ ਅਜੇ ਨਹੀਂ ਪਤਾ ਜੀ, ਕੁਛ ਇੱਦਾਂ ਦੀ ਅਜੇ ਕੋਈ ਗੱਲ ਨਹੀਂ ਪਤਾ ਲੱਗੀ। ਤਦੇ ਮੈਂ ਕਹਿ ਰਿਹਾ ਇੱਦਾਂ ਦਾ ਕੋਈ ਐਵੀਡੈਂਸ ਅਜੇ ਨਹੀਂ ਮਿਲਿਆ ਕਿ ਉਹ ਬਾਹਰ ਗਿਆ ਹੈ, ਉਹ ਕਿਉਂਕਿ ਉਹ ਇਟਸ ਪਾਰਟ ਆਫ ਇਨਵੈਸਟੀਗੇਸ਼ਨ। ਬਟ ਬਹੁਤ ਅਸੀਂ ਹੋਪਫੁਲ ਹਾਂ ਕਿ ਜਲਦੀ ਫੜਿਆ ਜਾਏਗਾ। Sir, 5 modules busted, backed by Dalla, Rinda, and basically all 3 are repeatedly coming in with a huge recoveries in Punjab. Are they really planning something big to disturb law and order in Punjab? ਇਹ ਜਿਹੜਾ ਚੀਜ਼ ਹੈ ਨਾ ਜੀ, ਜਿਹੜੇ ਬੰਦੇ ਫੜੇ ਜਾਂਦੇ ਆ ਉਹਨਾਂ ਨੂੰ ਇੱਕ ਹੱਦ ਤੱਕ ਹੀ ਪਤਾ ਹੁੰਦਾ ਹੈ। ਮਤਲਬ ਉਹਨਾਂ ਨੂੰ ਜੇ ਆਪਾਂ ਕਹੀਏ ਕਿ ਇੱਕ ਲਿੰਕੇਜ ਨੂੰ ਸਾਰੀ ਸਟੋਰੀ ਪਤਾ ਹੋਵੇ, ਕਿਉਂਕਿ ਵੈਪਨ ਕਿਤੇ ਸੁੱਟੇ ਜਾਂਦੇ ਆ, ਚੁੱਕ ਕੇ ਕੋਈ ਲਿਆਉਂਦਾ ਵਾ, ਕੰਸਾਈਨਮੈਂਟ ਕਿਸੇ ਨੂੰ ਦਿੱਤੀ ਜਾਂਦੀ ਆ। ਸੋ ਸਟੈਪ ਬਾਏ ਸਟੈਪ ਆ, ਬਟ ਇਹ ਪੋਜ਼ਿਟਿਵ ਸਾਈਨ ਆ ਕਿ ਅਸੀਂ ਪਹਿਲੇ ਦੂਜੇ ਸਟੈਪ 'ਤੇ ਹੀ ਫੜ ਰਹੇ ਹਾਂ ਸਾਰਿਆਂ ਨੂੰ। ਸੋ ਦੇ ਆਰ ਟਰਾਈਂਗ, ਪ੍ਰੋਬੇਬਲੀ ਇਹ ਨਹੀਂ ਰੀਜ਼ਨ ਨਹੀਂ ਪਤਾ ਅਜੇ ਕਿ ਕੀ ਆ, ਬਟ ਆਪਾਂ ਪ੍ਰੋਐਕਟਿਵ ਹੋ ਕੇ ਆਪਾਂ ਉਹਦੀ ਮਤਲਬ ਕਹਿ ਲਓ ਤੁਸੀਂ ਕਿ ਜੜ ਨੂੰ ਫੜਿਆ ਹੋਇਆ। ਸੋ ਟਰਾਈ ਕਰੀ ਜਾਂਦੇ ਆ, ਕੋਸ਼ਿਸ਼ ਕਰੀ ਜਾਂਦੇ ਆ ਜੀ, ਵੈਪਨਸ ਦੀ ਡਿਲੀਵਰੀ ਹੁੰਦੀ ਆ। ਜਿਹੜੇ ਬੰਦੇ ਫੜੀ ਜਾਂਦੇ ਆ ਨੈਚੁਰਲੀ ਉਹ ਲੱਕ ਟੁੱਟੀ ਜਾਂਦਾ ਉਹਨਾਂ ਦਾ ਜੀ ਉਹਦੇ ਨਾਲ। ਉਹ ਚੰਡੀਗੜ੍ਹ ਦੀ ਲੜਕੀ ਸੀ ਜਿਹੜੀ ਬੇਸਿਕਲੀ ਮੇਕਅਪ ਆਰਟਿਸਟ ਆ, ਉਹਦਾ ਕੋਰਸ ਨਹੀਂ ਉਹਦਾ ਜਿਹੜਾ ਦੇਖੋ ਬੈਕਗ੍ਰਾਉਂਡ ਆ ਨਾ ਜੀ, ਉਹ ਉੱਥੇ ਜਿਹੜੀ ਗੈਂਗਸਟਰ ਨਾਲ ਜਦੋਂ ਇਹਦਾ ਕਨਫਰਮ ਜਿਹੜੀ ਉੱਥੋਂ ਗਈ ਹੈਗੀ, ਜਿਹੜੀਆਂ ਦੋ ਦਾ ਗੱਲ ਕਰਦੇ ਆ, ਉਹ ਨਾ ਸੀ ਟਿਲ ਡੇਟ ਕੱਲ ਤੱਕ ਨਾ ਤੱਕ ਨਹੀਂ ਫੜੀ ਗਈ ਸੀ। ਨਹੀਂ ਇਹ ਚੀਜ਼ ਨਹੀਂ ਸਾਬਤ ਹੋਈ। ਜਿੱਥੇ ਤੱਕ ਉਹ ਇੱਕ ਸਟੇਜ ਤੱਕ ਪਹਿਲੇ ਦਿਨ ਨਾਲ ਸੀਗੀ, ਉਹ ਅਗਲੇ ਦਿਨ ਉਹਦੇ ਨਾਲ ਨਹੀਂ ਸੀਗੀ ਉਹ। ਸੋ ਉਹ ਚੀਜ਼ ਅਜੇ ਫਰਦਰ ਬਾਕੀ ਤਫਤੀਸ਼ ਚੱਲਦੀ ਪਈ ਉਹਦੇ 'ਤੇ। ਉਸ ਤੋਂ ਬਾਅਦ ਤੁਸੀਂ ਡਰੱਗਸ ਦੀ ਅਵੇਲੇਬਿਲਿਟੀ ਆਫ ਡਰੱਗਸ ਦੀ ਇਸ ਕਪਲ ਗੱਲ ਕਰੀ, ਬਹੁਤ ਸਾਰੇ ਲਾਸਟ ਕੁਝ ਡੇਜ਼ ਇਦਾਂ ਦੇ ਵੀਡੀਓ ਸਾਹਮਣੇ ਆਈਆਂ। ਆਮ ਬੰਦੇ ਨੂੰ ਇਹ ਲੱਗਦਾ ਕਿ ਡਰੱਗ ਤੇ ਬਹੁਤ ਈਜ਼ੀਲੀ ਅਵੇਲੇਬਲ ਹੈ ਹਜੇ ਵੀ ਸ਼ਾਇਦ ਮਾਰਕੀਟ। ਉਹਦੇ 'ਚ ਨਾ ਰਵਿੰਦਰ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਚੀਜ਼ ਸਿਲੈਕਟਿਵ ਚੀਜ਼ਾਂ ਦੇਖਣ 'ਚ ਮਿਲਦੀਆਂ ਕਈ ਏਰੀਆਜ਼ ਹੋਣਗੇ, ਅਜੇ ਵੀ ਕੁਛ ਏਰੀਆਜ਼ ਹੋਣਗੇ ਜਿੱਥੇ ਜਿੱਦਾਂ ਮੈਂ ਪਿਛਲੀ ਵਾਰੀ ਗਿਆ ਸੀ, ਜਦੋਂ ਜਿਵੇਂ ਅੰਮ੍ਰਿਤਸਰ ਦੀ ਵੀਡੀਓ ਆਈ ਸੀਗੀ, ਉਸ ਏਰੀਆ 'ਚ ਕਾਫੀ ਸਟ੍ਰਿਕਟਨੈਸ ਹੋਈ। ਤਾਂ ਕੁਛ ਹੌਟ ਸਪੌਟਸ ਹੈਗੇ ਆ, ਪਰ ਵੀਡੀਓਜ਼ ਜਿਹੜੀਆਂ ਨੇ ਕਈ ਵਾਰੀ ਸਿਲੈਕਟਿਵ ਦਿਖਾਈਆਂ ਜਾਂਦੀਆਂ। 1-2 ਵੀਡੀਓਜ਼ ਦਾ ਤਾਂ ਬਾਅਦ 'ਚ ਵੀ ਪਤਾ ਲੱਗਿਆ ਕਿ ਉਹ ਡਰੱਗ ਐਡਿਕਟ ਸੀ ਨਹੀਂ, ਰੀਜ਼ਨ ਕੋਈ ਹੋਰ ਸੀਗਾ। ਸੋ ਸਿਲੈਕਟਿਵ ਪਾਰਟ ਜਿਹੜਾ ਹੈ ਨਾ, ਜਦੋਂ ਤੱਕ ਗਰਾਊਂਡ 'ਤੇ ਜਾ ਕੇ ਨਾ ਪਤਾ ਲੱਗੇ ਆਪਾਂ ਨੂੰ, ਉਹ ਅਜੇ ਵੀ ਕਈ ਚੀਜ਼ਾਂ ਦੀ ਔਥੈਂਟਿਸਿਟੀ ਚੈੱਕ ਹੋਣ ਵਾਲੀ ਹੈ ਕਈ ਵੀਡੀਓਜ਼ ਦੀ। ਬਟ ਸਟਿਲ ਆਈ ਫੀਲ ਕਿ ਜਦੋਂ ਆਪਾਂ ਕਿਸੇ ਚੀਜ਼ ਦੇ ਖਿਲਾਫ ਕੈਂਪੇਨ ਚਲਾਉਂਦੇ ਆ ਤਾਂ ਲੋਕੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਆ ਵੱਧਦੀ ਹੈ ਹਮੇਸ਼ਾ ਆਪਸ ਦੇ ਵਿੱਚ ਵੀ। ਮਤਲਬ ਜਿੱਦਾਂ ਡਰੱਗਸ ਦੀ ਆਪਾਂ ਗੱਲ ਕਰਦੇ ਹਾਂ, ਤਾਂ ਜਦੋਂ ਆਪਾਂ ਡਰੱਗਸ ਦੀ ਪ੍ਰੈਸ ਕਾਨਫਰੰਸ ਕਰਦੇ ਹਾਂ, ਜਦੋਂ ਆਪਾਂ ਆਪਣੀਆਂ ਅਚੀਵਮੈਂਟਸ ਦਾ ਐਨਾਲਿਸਿਸ ਕਰਦੇ ਹਾਂ,
तो उस तो बाद ਦੇ ਵਿੱਚ ਵੀ ਕਈ ਵਾਰੀ ਇਨਫੋਰਮੇਸ਼ਨ ਬੜੀ ਮਤਲਬ ਅਗਰੈਸਿਵ ਤਰੀਕੇ ਨਾਲ ਸਾਡੇ ਨਾਲ ਵੀ ਸ਼ੇਅਰ ਕਰਦੇ ਆ ਸਾਰੇ। ਸੋ ਉਹਦਾ ਓਵਰਆਲ ਫਾਇਦਾ ਹੋ ਰਿਹਾ ਹੈ ਉਸ ਚੀਜ਼ ਦਾ। ਜਿੱਦਾਂ ਮੈਨੂੰ ਕਈ ਸ਼ਹਿਰਾਂ ਤੋਂ ਵੀਡੀਓਜ਼ ਆਈਆਂ ਜਿਹੜੀਆਂ ਕਿ ਮੀਡੀਆ 'ਚ ਵੀ ਨਹੀਂ ਆਈਆਂ ਹੋਣਗੀਆਂ, ਜਾਂ ਕਈ ਥਾਵਾਂ ਤੋਂ ਇਨਫੋਰਮੇਸ਼ਨ ਆਈ ਆ ਜਿਹੜੀ ਕੰਸਰਨਡ ਆਫਿਸਰਸ ਨਾਲ ਸ਼ੇਅਰ ਕੀਤੀ ਆ, ਔਰ ਉਹਨਾਂ ਏਰੀਆ ਦੇ ਵਿੱਚ ਫਰਕ ਵੀ ਪਿਆ ਹੋਇਆ। ਸਰ ਇਹ ਪੂਰਾ ਓਵਰਆਲ ਦੇਖੋ ਰਿਕਵਰੀ ਹੁੰਦੀ ਪਈ ਹੈ, ਇਹ ਸਰ ਬੇਸਿਕਲੀ ਕਿੱਥੋਂ ਹੈਗਾ? ਕਿਉਂਕਿ ਪੰਜਾਬ ਤੋਂ ਚੀਜ਼ ਬਣਦੀ ਨਹੀਂ ਪਈ ਸਰ, ਇਹ ਬੇਸਿਕਲੀ ਅਪਾਰਟ ਨੇਬਰ ਸਟੇਟ ਕੰਟਰੀ ਅਸਲ 'ਚ ਕਿੱਥੋਂ ਆ ਸਕਦਾ? ਨਹੀਂ ਦੇਖੋ, ਉਹ ਤਾਂ ਆਪਾਂ ਜਿਹਦਾ ਲਾਸਟ ਟਾਈਮ ਡਿਸਕਸ ਕੀਤਾ ਜੀ, ਕਈ ਤਰ੍ਹਾਂ ਦੇ ਬਾਜਾ ਜੀ ਡਰੱਗਸ ਨੇ ਜਿਹੜੇ ਆਪਣੇ ਹੈਰੋਇਨ ਆ ਜਾਂ ਸਮੈਕ ਆ, ਇੱਕੋ ਟਾਈਪ ਦੇ ਡਰੱਗਸ ਆ, ਉਹ ਤਾਂ ਕ੍ਰਾਸ ਦੀ ਬਾਰਡਰ ਹੀ ਆਉਂਦੇ ਆ। ਉਹਦੇ ਪਰ ਵੇ ਆਊਟਸ ਕਈ ਲੱਭ ਲਏ ਉਹਨਾਂ ਨੇ, ਜਿੱਦਾਂ ਕੁਛ ਪਿੱਛੇ ਗੁਜਰਾਤ ਮਹਾਰਾਸ਼ਟਰਾ ਪੋਰਟਸ ਤੋਂ ਵੀ ਆ ਰਿਹਾ ਸੀ, ਕੁਛ ਜੰਮੂ ਕਸ਼ਮੀਰ ਤੋਂ ਵੀ ਆ ਰਿਹਾ ਹੈ, ਕੁਛ ਆ ਜਿੱਦਾਂ ਆਪਾਂ ਮੋਡਿਊਲ ਫੜਿਆ ਹੋਣੇ ਅੰਮ੍ਰਿਤਸਰ ਰੂਰਲ ਦੇ ਵਿੱਚ, ਉਹਨਾਂ ਕੋਲੋਂ ਵੀ 2 ਕਿਲੋ ਹੈਰੋਇਨ ਫੜੀ ਆ। ਇਟ ਮੀਨਸ ਕੁਛ ਵੈਪਨਸ ਦੇ ਨਾਲ ਵੀ ਆ ਰਿਹਾ ਹੈ, ਕੁਛ ਕ੍ਰਾਸ ਦੀ ਬਾਰਡਰ ਵੀ ਆ ਰਿਹਾ ਹੈ। ਸੋ ਮਲਟੀਪਲ ਥਾਵਾਂ ਤੋਂ ਆ ਰਹੇ ਆ, ਐਸੀ ਨਹੀਂ ਹੈ। ਹਾਂਜੀ, ਮੁਦਰਾ ਪੋਰਟ ਤੋਂ ਆ ਰਿਹਾ ਸੀ, ਫਿਰ ਨਵਾਂ ਸ਼ਿਵਾ ਪੋਰਟ ਤੋਂ ਆਇਆ ਸੀਗਾ, 2 ਕੰਸਾਈਨਮੈਂਟਸ ਆਪਾਂ ਉੱਥੇ ਫੜੀਆਂ ਸੀ, ਇੱਕ ਆਪਾਂ ਨਵਾਂ ਸ਼ਹਿਰ 'ਚ 38 ਕਿਲੋ ਦੀ ਕੰਸਾਈਨਮੈਂਟ ਫੜੀ ਸੀਗੀ। ਸੋ ਮਲਟੀਪਲ ਰੂਟਸ ਆ ਜਿਹੜੇ ਤੇ ਹੈਰੋਇਨ ਐਂਡ ਸਮੈਕ ਵਰਗੇ ਡਰੱਗਸ ਆ, ਇਹ ਤਾਂ ਕ੍ਰਾਸ ਦੀ ਬਾਰਡਰ ਹੀ ਆ ਰਿਹਾ। ਦੋਨੇ ਕੰਮਾਂ ਵਾਸਤੇ ਹਾਂ, ਸਿਰਫ ਡਰੱਗਸ ਵਾਸਤੇ ਵੀ ਹੋ ਰਿਹਾ, ਵੈਪਨਸ ਵਾਸਤੇ ਵੀ ਹੋ ਰਿਹਾ, ਔਰ ਜੁਆਇੰਟਲੀ ਵੀ ਹੋ ਰਿਹਾ, ਤਿੰਨੇ ਕੰਮਾਂ ਵਾਸਤੇ ਹੋ ਰਿਹਾ। ਸਰ ਜੇਲ੍ਹ ਤੁਸੀਂ ਲਗਾਤਾਰ ਕਹਿ ਰਹੇ ਹੋ, ਜੇਲ੍ਹਾਂ 'ਚ ਲਗਾਤਾਰ ਇਸ ਤਰ੍ਹਾਂ ਦੀ ਚੀਜ਼ਾਂ ਆ ਰਹੀਆਂ, ਜਿਹੜੀ ਇੰਟੈਲੀਜੈਂਸ ਹੈ ਜਾਂ ਫਿਰ ਏਜੰਸੀਜ਼ ਹੈ, ਉਹਨਾਂ ਦੀ ਇੱਕ ਰਿਪੋਰਟ ਤਿਆਰ ਹੋਈ ਹੈ ਕਿ ਜਿਹਦੇ ਵਿੱਚ ਦੱਸਿਆ ਕਿ ਜਿਹੜੇ ਵੀ ਜੇਲ੍ਹਾਂ 'ਚ ਬੰਦ ਪਾਕਿਸਤਾਨੀ ਜਿਹੜੇ ਕੈਦੀ ਉਹ ਵੀ ਮੋਬਾਈਲ ਯੂਜ਼ ਕਰ ਰਹੇ, WhatsApp ਕਾਲਿੰਗ ਹੁੰਦੀ ਹੈ ਜਿਹੜੇ ਉੱਥੇ ਦੇ ਜਿਹੜੇ ਵੀ, ਤੇ ਉਹ ਜਿਹੜੇ ਬੈਰਕ ਹੈ ਉਹ ਵੀ ਨਾਲ ਰੱਖਿਆ ਹੋਇਆ, ਜਿਹੜੇ ਵੀ ਇੱਥੇ ਦੇ ਗੈਂਗਸਟਰ ਨੇ ਜਾਂ ਛੋਟੇ ਮੋਟੇ ਅਪਰਾਧੀ, ਤਾਂ ਉਹਨਾਂ ਦੀ ਜਿਹੜੀ ਨਜ਼ਦੀਕੀਆਂ ਉਹ बढ़ ਰਹੀ, ਇਹ ਵੀ ਬਹੁਤ ਇੱਕ ਵੱਡਾ ਕਾਰਨ ਹੈ। ਇਹਦੇ ਬਾਰੇ ਕੋਈ ਆਥੈਂਟਿਕ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਹੈਗੀ, ਇਹ ਵੀ ਕੁਛ ਰਿਪੋਰਟਸ ਹੀ ਮੈਂ ਦੇਖ ਰਿਹਾ ਸੀਗਾ, ਬਟ ਇੱਦਾਂ ਦੀ ਕੋਈ ਗਰਾਊਂਡ ਲੈਵਲ ਤੋਂ ਆਥੈਂਟਿਕ ਨਹੀਂ ਹੈਗੀ ਕਿ ਇਕੱਠੇ ਰੱਖਿਆ ਹੋਇਆ ਹੈ ਜਾਂ ਅਲੱਗ ਰੱਖਿਆ ਹੋਇਆ। ਉਹ ਚੀਜ਼ ਜਿਹੜੀ ਆ ਉਹ ਮਤਲਬ ਪ੍ਰਿਜ਼ਨ ਡਿਪਾਰਟਮੈਂਟ ਨਾਲ ਕ੍ਰਾਸ ਚੈੱਕ ਕਰਕੇ ਕੀਤੀ ਜਾ ਸਕਦੀ, ਪਰ ਜਿੱਥੇ ਕੋਈ ਰੈਮੇਡੀਅਲ ਮੈਜਰਸ ਲੈਣ ਦੀ ਜ਼ਰੂਰਤ ਹੋਏਗੀ ਉਹ ਤੁਰੰਤ ਲੈ ਜਾਣਗੇ ਉਹਦੇ ਵਿੱਚ। ਸਰ ਕਿਉਂਕਿ ਸਰ ਜੇਲ੍ਹਾਂ 'ਚ ਲਗਾਤਾਰ ਇਸ ਤਰ੍ਹਾਂ ਦੀ ਚੀਜ਼ਾਂ ਆ ਰਹੀਆਂ, ਚਾਹੇ ਦੀਪਕ ਪੀਰੂ ਦਾ ਇਸ਼ੂ ਹੋਵੇ, ਚਾਹੇ ਸਿਰਾਜ ਮਿੰਟੂ, ਮਨਪ੍ਰੀਤ ਮੰਨਾ, ਸਿੱਧੂ ਮੂਸੇਵਾਲਾ ਮਰਡਰ, ਕਈ ਚੀਜ਼ਾਂ ਦੇ ਵਿੱਚ ਲਗਾਤਾਰ ਕੰਟੀਨਿਊ ਇਹੀ ਗੱਲ ਆ ਰਹੀ ਹੈ ਕਿ ਜੇਲ੍ਹਾਂ 'ਚ ਜਿਹੜੇ ਹੈ ਉਹ ਮੋਬਾਈਲ ਕੰਟੀਨਿਊ ਯੂਜ਼ ਹੋ ਰਹੇ। ਪ੍ਰੀਵਿਅਸ ਫੌਜੀ ਤੇ ਦੀਪਕ ਪੀਰੂ 20 ਦਿਨ ਪਹਿਲਾਂ ਵੀ ਉਹਨਾਂ ਤੋਂ ਰਿਕਵਰ ਹੋਈ ਸੀ, 4 ਮੋਬਾਈਲ ਮਾਮਲਾ ਵੀ ਦਰਜ ਹੋਇਆ ਸੀਗਾ ਗੋਇੰਦਵਾਲ ਜੇਲ੍ਹ 'ਚ। ਹੁਣ ਇਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਹੋਈ ਹੈ ਸਾਰੀ ਹੋਈ ਹੈ, ਦੀਪਕ ਪੀਰੂ ਫਰਾਰ ਹੋਇਆ, ਵੱਡੀ ਗੱਲ ਹੈ ਸਰ ਪੰਜਾਬ ਪੁਲਿਸ ਇਹਦੇ ਵਿੱਚ, ਤਾਂ ਫਿਰ ਹੁਣ ਕਿਸ ਤਰ੍ਹਾਂ ਦੀ ਹੋਰ ਕੁਝ ਦੇਖੋ ਜੇਲ੍ਸ ਦੀ ਜਦੋਂ ਆਪਾਂ ਗੱਲ ਕੀਤੀ, ਜਿੱਦਾਂ ਬਠਿੰਡਾ ਜੇਲ੍ਹ ਦੇ ਵਿੱਚ ਉਹਨੂੰ ਇੱਕ ਅਲੱਗ ਕਰਕੇ ਜੈਮਰ ਲਗਾਏ ਗਏ ਆ। ਸੋ ਸਿਮਿਲਰਲੀ ਸਾਰੀਆਂ ਜੇਲ੍ਸ ਨੂੰ ਦੇਖਿਆ ਜਾ ਰਿਹਾ, ਉਹਦੇ ਤੇ ਵਰਕਆਊਟ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਚੀਜ਼ ਦੇ ਉੱਤੇ ਨੱਥੇਲ ਪਾਈ ਜਾਵੇ, ਜਿਹੜਾ ਇਹ ਜੇਲ੍ਸ ਦੇ ਵਿੱਚੋਂ ਮੋਬਾਈਲ ਬਾਰ-ਬਾਰ ਜਿਹੜੇ ਯੂਜ਼ ਹੋ ਰਹੇ ਆ। ਸੋ ਉਸ 'ਤੇ ਵਰਕਆਊਟ ਕੀਤਾ ਜਾ ਰਿਹਾ ਆਲਰੇਡੀ, ਜਿੱਦਾਂ ਬਠਿੰਡਾ ਜੇਲ੍ਹ 'ਚ ਜੈਮਰ ਲੱਗੇ ਆ, ਹੋਰ ਵੀ ਪ੍ਰਪੋਜ਼ਲ ਹੈ, ਕਾਫੀ ਲੰਬਾ ਚੌੜਾ ਹੈਗਾ। ਸੋ ਇਹ ਜਲਦੀ ਇਹ ਜਿਹੜੀ ਪ੍ਰੋਬਲਮ ਆ ਇਹਨੂੰ ਵੀ ਟੈਕਲ ਜਲਦੀ ਕਰ ਲਿਆ ਜਾਏਗਾ, ਕਿਉਂਕਿ ਪਹਿਲਾ ਆਪਣਾ ਕੰਮ ਆ ਕਿ ਜਿੰਨੇ ਵੀ ਬੰਦੇ ਇੱਦਾਂ ਦੇ ਟੈਰਰਿਸਟਸ ਆ, ਗੈਂਗਸਟਰਸ ਆ, ਜਿਹੜੇ ਕ੍ਰਿਮੀਨਲ ਐਲੀਮੈਂਟਸ ਆ, ਇਹ ਹੁਣ ਤੁਸੀਂ ਜਿੱਦਾਂ ਮੈਂ ਦਾਅਵਾ ਬੜੇ ਚੰਗੇ ਤਰੀਕੇ ਨਾਲ ਕਰਦਾ ਕਿ ਤੁਸੀਂ ਜਨਰਲ ਗਰਾਊਂਡ ਤੋਂ ਪੁੱਛੋ ਜਾ ਕੇ। ਜਿੱਦਾਂ ਅੰਮ੍ਰਿਤਸਰ ਦੇ ਵਿੱਚ ਮੈਂ ਕਿਸੇ ਡਾਕਟਰ ਦੇ ਨਾਲ ਗੱਲ ਕਰ ਰਿਹਾ ਸੀ, ਕੋਈ ਪ੍ਰੋਮੀਨੈਂਟ ਹਸਪੀਟਲ ਦਾ ਡਾਕਟਰ ਆ, ਉਹ ਮੈਨੂੰ ਇਹ ਕਹਿ ਰਹੇ ਸੀ ਵੀ ਜਿੱਦਾਂ ਗੋਲੀ ਦੇ ਕੇਸ ਪਹਿਲਾਂ ਆਉਂਦੇ ਹੁੰਦੇ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਡਾਊਨਫਾਲ ਹੋਈ ਆ। ਜਿਹੜੇ ਕੋਈ ਨਿੱਜੀ ਲੜਾਈ ਝਗੜੇ ਦੇ ਕੇਸ ਤਾਂ ਕਦੀ ਆ ਜਾਂਦੇ ਆ, ਪਰ ਕ੍ਰਾਈਮ ਨਾਲ ਰਿਲੇਟਡ, ਕੋਈ ਗੈਂਗਸਟਰ ਨਾਲ ਰਿਲੇਟਡ, ਕੋਈ ਕ੍ਰਿਮੀਨਲ ਐਲੀਮੈਂਟਸ ਨੇ ਕਿਸੇ ਨੂੰ ਗੋਲੀ ਮਾਰਤੀ ਹੋਵੇ। ਮੈਂ ਅੰਮ੍ਰਿਤਸਰ ਦਾ ਬੜਾ ਪ੍ਰੋਮੀਨੈਂਟ ਹਸਪੀਟਲ ਆ, ਉੱਥੋਂ ਦੇ ਡਾਕਟਰ ਦੀ ਗੱਲ ਕਰ ਰਿਹਾ। ਸੋ ਉਹ ਕਹਿੰਦੇ ਮਲਟੀਪਲ ਮਤਲਬ ਬਹੁਤ ਜ਼ਿਆਦਾ ਘਟ ਗਏ ਆ ਅੱਗੇ ਨਾਲੋਂ। ਸੋ ਇਟ ਮੀਨਸ ਕਿ ਗਰਾਊਂਡ ਲੈਵਲ 'ਤੇ ਜਿਹੜੀ ਇਹ ਸਖਤੀ ਹੋਈ ਆ ਟੈਰਰਿਸਟ ਦੇ ਖਿਲਾਫ, ਗੈਂਗਸਟਰਸ ਦੇ ਖਿਲਾਫ, ਉਹ ਪਹਿਲਾਂ ਤਾਂ ਇੱਥੋਂ ਹੀ ਪਤਾ ਲੱਗਦਾ ਨਾ, ਬੰਦਿਆਂ 'ਤੇ ਗੋਲੀ ਲੱਗ ਕਿੰਨਿਆਂ ਦੇ ਰਹੀ ਆ, ਹਸਪੀਟਲ ਕਿੰਨੇ ਜਾ ਰਹੇ ਆ, ਕਿੰਨੇ ਇੰਸੀਡੈਂਟਸ ਹੋ ਰਹੇ ਆ। ਸੋ ਤੁਹਾਨੂੰ FIR ਤੋਂ ਪਤਾ ਲੱਗਦਾ ਹੈ ਜਾਂ ਹਸਪੀਟਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ। ਸੋ ਮਿਨੀਮਾਈਜ਼ ਹੋਏ ਆ ਕਾਫੀ। ਸਾਰੇ ਬੜੇ ਚਿੰਤਤ ਨੇ ਦੀਪਕ ਹੈ ਕਿੱਥੇ? ਉਹ ਜਲਦੀ ਆ ਜਾਏਗਾ, ਚਿੰਤਾ ਨਾ ਕਰੋ ਜੀ। ਸਰ ਇੱਕ RPG ਅਟੈਕ ਮਾਮਲੇ ਜਿਹੜੀ ਦਿੱਲੀ ਦੇ ਸਪੈਸ਼ਲ ਸੈੱਲ ਨੇ ਫੜਿਆ, ਉਹਨੂੰ ਲੈ ਕੇ ਆ ਰਹੀ ਸਰ? ਹਾਂ, ਉਹ ਕਰ ਰਹੇ ਜੀ। ਉਹ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਜਿਹੜਾ ਹੈ ਉਹ ਆਲਰੇਡੀ ਉਹਨਾਂ ਦੇ ਨਾਲ ਟੱਚ 'ਚ ਆ, ਔਰ ਉਹ ਲਿਆ ਰਹੇ ਜਲਦੀ। ਜਿਨ੍ਹਾਂ ਦੇ ਵਿੱਚ ਮੋਬਾਈਲ ਫੜੇ ਜਾ ਰਹੇ ਨੇ, ਬੜੀ ਵਧੀਆ ਪ੍ਰਾਪਤੀ ਹੈ ਜੀ, ਤੇ ਪਰ ਜਿਨ੍ਹਾਂ ਦੇ ਨਾਮ ਤੇ ਸਿਮ ਹੁੰਦੇ ਆ, ਉਹਨਾਂ ਦੇ ਨਾਮ ਤੇ ਵੀ FIR ਹੁੰਦੀ ਆ ਕਿ? ਸਤਾਰ ਸਾਹਿਬ, ਉਹੀ ਮੈਂ ਕਹਿ ਰਿਹਾ, ਹਰ ਚੀਜ਼ ਜਿਹੜੀ ਹੈ ਨਾ, ਉਹ ਕਈ ਚੀਜ਼ਾਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਹੈ। ਜਿਹੜਾ ਵੀ ਮੋਬਾਈਲ ਫੜਿਆ ਜਾਂਦਾ ਹੈ, ਚਾਹੇ ਉਹ ਅਬੈਂਡਨ ਮਿਲੇ, ਚਾਹੇ ਉਹ ਕਿਸੇ ਤੋਂ ਫੜਿਆ ਜਾਵੇ, ਉਹਦੀ ਪੂਰੀ ਤਹਿ ਤੱਕ ਜਾਇਆ ਜਾਂਦਾ ਹੈ ਕਿ ਉਹ ਕਿੱਥੋਂ ਖਰੀਦਿਆ ਗਿਆ,
ਉਹ ਨੰਬਰ ਪਹਿਲਾਂ ਕਿੰਨੇ ਕਿੰਨੇ ਵਰਤਿਆ, ਕੀ ਉਹ ਪਹਿਲੀ ਵਾਰੀ ਵਰਤਿਆ ਗਿਆ, ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ 'ਚ ਆਉਂਦੀਆਂ ਹੈ। ਪਰ ਉਹ ਹਰ ਚੀਜ਼ ਆਪਾਂ ਕਈ ਵਾਰੀ ਨਾ ਡਿਸਕਲੋਜ਼ ਨਹੀਂ ਕਰ ਸਕਦੇ, ਉਹਦੇ ਨਾਲ ਇਨਵੈਸਟੀਗੇਸ਼ਨ ਸਫਰ ਕਰਦੀ ਹੈ। ਪਰ ਜਿਹੜਾ ਵੀ ਮੋਬਾਈਲ ਫੜਿਆ ਜਾਂਦਾ ਉਹ ਪੂਰਾ ਉਹਦਾ ਐਨਾਲਿਸਿਸ ਹੁੰਦਾ ਹੈ ਕਿ ਕਿੱਥੋਂ ਆਇਆ ਕਿਵੇਂ ਆਇਆ। ਇੱਕ ਗੱਲ ਹੋਰ ਆਉਂਦੀ ਹੈ, ਜਿੰਨੇ ਵੀ ਥ੍ਰੈਟ ਕਾਲਸ ਆਉਂਦੇ ਨੇ, ਐਕਸਟੋਰਸ਼ਨ ਕਾਲਸ ਆਉਂਦੇ ਨੇ, ਮੈਕਸਿਮਮ ਕਾਲਸ ਉਹ ਜਾਂ ਤਾਂ ਸਰਵਰ ਜਨਰੇਟਡ ਨੰਬਰਸ ਹੁੰਦੇ ਜਾਂ ਫੋਰਨ ਨੰਬਰਸ ਹੁੰਦੇ ਨੇ, ਉਹਨਾਂ ਨੂੰ ਲੈ ਕੇ ਉਹ ਕਿਸ ਤਰੀਕੇ ਨਾਲ ਪੁਲਿਸ ਇਨਵੈਸਟੀਗੇਸ਼ਨ ਉਹਦੇ 'ਚ ਦੇਖੋ ਇਹ ਇੱਕ ਚੈਲੰਜ ਆ, ਬਟ ਇਹਦੇ ਤੇ ਵਰਕਆਊਟ ਕੀਤਾ ਜਾ ਰਿਹਾ। ਸਾਈਬਰ ਕ੍ਰਾਈਮ ਜਿਹੜਾ ਸਾਡਾ ਸਾਈਬਰ ਕ੍ਰਾਈਮ ਵਿੰਗ ਆ ਉਹ ਕਰ ਰਿਹਾ ਇਹਦੇ ਉੱਤੇ। ਤਦੇ ਮੈਂ ਕਹਿ ਰਿਹਾ ਮੈਕਸੀਮਮ ਲੋਕਾਂ ਨੂੰ ਆਪਣੀ ਕੰਪਲੇਂਟ ਦੱਸਣੀ ਚਾਹੀਦੀ ਆ ਕਿ ਕਾਫੀ ਟੈਕਨੋਲੋਜੀ ਹੈਗੀ ਆ ਜਿੱਥੋਂ ਕਈ ਚੀਜ਼ਾਂ ਜਿਹੜੀਆਂ ਡਿਸਕਲੋਜ਼ ਹੋ ਜਾਂਦੀਆਂ, ਲੱਭ ਜਾਂਦੀਆਂ ਵਾ। ਬਟ ਜੇ ਕੋਈ ਇਨਫੋਰਮੇਸ਼ਨ ਨਹੀਂ ਦੇਗਾ, ਫਿਰ ਇਨਫੋਰਮੇਸ਼ਨ ਨਹੀਂ ਆਏਗੀ, ਫਿਰ ਉੱਤੇ ਵਰਕਆਊਟ ਨਹੀਂ ਹੋ ਪਾਏਗਾ। ਪੰਜਾਬ ਪੁਲਿਸ ਦੀਆਂ ਭਰਤੀਆਂ ਨੇ, ਪੇਪਰ ਨੇ 14 ਤਰੀਕ ਨੂੰ, ਕਈ ਬੱਚਿਆਂ ਦੀਆਂ ਕੰਪਲੇਂਟਸ ਨੇ ਕਿ ਸੈਂਟਰ ਬੜੇ ਦੂਰ ਬਣਾਏ ਗਏ ਨੇ ਤੇ ਕਈ ਬੱਚੇ ਪੇਪਰ ਛੱਡਣਾ ਵੀ ਚਾਹੁੰਦੇ ਨੇ। ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚੀ ਹੋਊਗੀ, ਇਹ ਕਾਰਨ ਕੀ ਹੈ ਜਿਹਦੇ ਕੀ ਇਹ ਬਦਲੇ ਜਾਣ ਕੇ ਜਿਹੜੇ ਸੈਂਟਰ ਦੂਰ ਬਣਾਏ ਗਏ? ਦੂਰ ਮਤਲਬ ਜੀ ਪੰਜਾਬ 'ਚ ਹੀ ਆ ਸਾਰੇ ਸੈਂਟਰ। ਕੋਈ ਅੰਮ੍ਰਿਤਸਰ ਜ਼ਿਲ੍ਹੇ ਦਾ ਹੈਗਾ ਤਾਂ ਉਹਦਾ ਪੇਪਰ ਅੱਗੇ ਦੇਖੋ ਮੈਂ ਤਾਂ ਇਸ ਚੀਜ਼, ਦੇਖੋ ਅਸੀਂ ਤਾਂ ਆਪ ਐਗਜ਼ਾਮ ਦਿੱਤੇ, ਅਸੀਂ ਤਾਂ ਦਿੱਲੀ, ਕਾਨਪੁਰ, ਪਤਾ ਨਹੀਂ ਕਿੱਥੇ ਕਿੱਥੇ ਐਗਜ਼ਾਮ ਦੇਣ ਜਾਂਦੇ ਨੇ। ਸੋ ਜਦੋਂ ਬੰਦੇ ਨੇ ਨੌਕਰੀ ਲੈਣੀ ਹੋਵੇ ਉਦੋਂ ਐਗਜ਼ਾਮ ਦੇਣ 'ਚ ਕੀ ਫਰਕ ਪੈਂਦਾ ਜੀ। ਅੱਛਾ ਅਸੀਂ ਤਾਂ ਭਾਈ ਸਾਹਿਬ ਉਹਨਾਂ ਦਿਨਾਂ 'ਚ ਜਾਂਦੇ ਹੁੰਦੇ ਸੀ ਜਦੋਂ ਨਾ ਕੋਈ ਬੱਸ ਹੁੰਦੀ ਸੀ ਚੰਗੀ, ਨਾ ਕੋਈ ਟ੍ਰੇਨ ਚੱਲਦੀ ਸੀ। 14 ਨੂੰ ਹੈ ਜੀ, ਕਿਤੇ ਹੋਰ ਜ਼ਿਲ੍ਹੇ ਦੇ ਵਿੱਚ 15 ਤਰੀਕ ਨੂੰ ਸਬ ਇੰਸਪੈਕਟਰ ਦਾ ਹੈਗਾ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ, ਤਾਂ ਬੱਚੇ ਨੂੰ ਟਰੈਵਲ ਕਰਨ ਦੇ ਵਿੱਚ ਔਖ ਹੁੰਦੀ ਹੈਗੀ ਆ। ਤਾਂ ਵਿਭਾਗ ਨੇ ਜੇਕਰ ਤਰੀਕਾ ਕੱਢੀਆਂ ਨੇ ਤਾਂ ਕੋਈ ਸੋਚ ਕੇ ਕੱਢੀਆਂ ਨੇ ਕਿ ਬਸ ਐਵੇਂ ਕਰ ਨਹੀਂ, ਸੋਚ ਕੇ ਕੱਢੀਆਂ ਨੇ ਜੀ, ਤਦੇ ਗੈਪ ਪਾਇਆ ਉਹਦੇ ਵਿੱਚ ਕਿ ਜੇ ਇੱਕ ਜਗ੍ਹਾ ਤੇ ਨਹੀਂ ਮੈਜੋਰਿਟੀ, ਦੇਖੋ ਮੈਜੋਰਿਟੀ ਦੇ ਸੈਂਟਰ ਜਿਹੜੇ ਨੇ ਉਹ ਆਸ-ਪਾਸ ਹੀ ਆ। ਸਰ ਵੈਸੇ ਬੜਾ ਕਿ ਬੜੀ ਗੱਲ ਹੈ, ਪੰਜਾਬ 'ਚ ਲੋਕੀ ਇਹ ਦੇਖ ਰਹੇ ਪੇਪਰਾਂ ਨੂੰ ਲੈ ਕੇ ਚੱਲ ਰਹੀ ਦਿੱਕਤ ਆ ਕਿ ਸੈਂਟਰ ਸੀ ਚਲੋ ਹੈਗਾ, ਲੇਕਿਨ ਥੋੜਾ ਜਿਹਾ ਇਹ ਹੈਗਾ ਵੀ ਜਿਹੜੇ ਬੱਚਿਆਂ ਨੂੰ ਪਹਿਲਾਂ ਉਹ ਸੈਂਟਰ ਠੀਕ ਹੈ, ਪਟਿਆਲੇ ਵਾਲੇ ਨੂੰ ਕਿਤੇ ਕਪੂਰਥਲੇ ਜਾਣਾ ਪੈ ਰਿਹਾ, ਇਦਾਂ ਹੈਗਾ ਸਿਸਟਮ ਬਣਿਆ। ਨਹੀਂ ਦੇਖੋ ਉਹਦੇ 'ਚ ਪਤਾ ਕੀ ਹੈ ਜੀ, ਮੈਜੋਰਿਟੀ ਜਿਹੜਾ ਹੈਗਾ ਹੈ ਜਿੱਥੇ ਬੰਦੇ ਦਾ ਸੈਂਟਰ ਪਹਿਲਾਂ ਬਣਿਆ ਸੀ ਜ਼ਿਆਦਾਤਰ ਦਾ ਉੱਥੇ ਰੱਖਿਆ ਗਿਆ ਹੈ, ਜਿੱਥੇ ਅਵੇਲੇਬਿਲਿਟੀ ਨਹੀਂ ਸੀ ਕਿਸੇ ਕਾਰਨ ਕਰਕੇ ਉੱਥੇ ਹੀ ਚੇਂਜ ਕੀਤਾ ਗਿਆ ਹੈ। ਤੁਸੀਂ ਇੱਕ ਵਾਰ ਜ਼ਰੂਰ ਦੇਖਿਓ ਜੀ ਇੱਕ ਪੇਪਰ ਬਸ ਫਿਰ ਇਸ਼ੂ ਹੀ ਖਤਮ ਹੋ ਗਿਆ ਜੀ। ਉਹ ਕਹਿ ਰਹੇ ਇੱਕ ਕੈਂਡੀਡੇਟ ਦਾ ਇੱਕੋ ਜਗ੍ਹਾ ਤੇ ਤਿੰਨੇ ਪੇਪਰ ਆ, ਜੇ ਇੱਕ ਨੇ ਤਿੰਨੇ ਭਰਿਆ ਤਾਂ ਸਰ ਤੁਹਾਡੇ ਟਾਈਮ ਦਾ ਭੁੱਖ ਉਹ ਸੀ ਜਨੂਨ ਸੀਗਾ, ਹੁਣ ਰਿਹਾ ਨਹੀਂ। ਨਹੀਂ ਪੁਲਿਸ 'ਚ ਭਰਤੀ ਹੋਣਾ ਤਾਂ ਜਨੂਨ ਤਾਂ ਚਾਹੀਦਾ ਹੈ ਜੀ ਉਹਦੇ ਵਾਸਤੇ। ਮੈਂ PMT ਦੀ ਗੱਲ ਕਰ ਰਿਹਾ ਹਾਂ। ਜਦੋਂ PMT ਦਾ ਪੇਪਰ ਦਿੰਦੇ ਸੀਗੇ ਤਾਂ ਇੱਕ ਪੇਪਰ ਚੰਡੀਗੜ੍ਹ, ਇੱਕ ਪੇਪਰ ਕਾਨਪੁਰ, ਇੱਕ ਪੇਪਰ ਜਿਪਮਰ ਦਾ ਪਤਾ ਨਹੀਂ ਪੌਂਡੀਚੇਰੀ ਹੁੰਦਾ ਸੀਗਾ। ਸੋ ਕਿੱਥੇ ਕਿੱਥੇ ਜਾ ਕੇ ਨਹੀਂ ਬੰਦਾ ਐਗਜ਼ਾਮ ਦਿੰਦਾ ਜੀ। ਸਰ ਖਾਸ ਕਰਕੇ ਜਿਹੜਾ ਜੇਲ੍ਹਾਂ ਦਾ ਮੋਬਾਈਲ ਦਾ ਹੈਗਾ ਸਿਸਟਮ, ਕਿਉਂਕਿ ਸਰ ਬਾਰ-ਬਾਰ ਇਹ ਕੋਈ ਕੋਆਰਡੀਨੇਸ਼ਨ ਚੱਲ ਰਹੀ ਹੈ। ਇੱਕ ਮਿੰਟ ਬ੍ਰਦਰ, ਇੱਕ ਮਿੰਟ ਬਰਾਟੀ ਸਾਹਿਬ ਜੀ ਮੈਂ ਉਸ ਤੋਂ ਬਾਅਦ ਸਰ ਇਦਾਂ ਕਿ ਵੀ ਇੰਟੈਲੀਜੈਂਸ ਜੇਲ ਡਿਪਾਰਟਮੈਂਟ ਔਰ ਹਾਂਜੀ ਸਰ ਕਿੱਥੇ ਹੈਗੇ, ਕਿਉਂਕਿ ਗੈਂਗਸਟਰ ਫੜ ਰਹੇ ਨੇ, ਐਂਟੀ ਗੈਂਗਸਟਰ ਵਾਲੇ ਜੇਲ ਡਿਪਾਰਟਮੈਂਟ 'ਚ ਉੱਥੋਂ ਮਿਲਦਾ ਪਿਆ, ਇੰਟੈਲੀਜੈਂਸ ਵਾਲੇ ਉੱਥੇ ਚਲੋ ਪਤਾ ਹੀ ਨਾ ਸਰ ਕੋਈ ਨਾ ਕੋਈ ਨਹੀਂ। ਦੇਖੋ ਜਦੋਂ ਜਿੱਥੋਂ ਤੱਕ ਗੈਂਗਸਟਰਸ ਦਾ ਇਸ਼ੂ ਆ, ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਆ ਉਹ ਕੋਆਰਡੀਨੇਟਿੰਗ ਏਜੰਸੀ ਆ। ਕੋਆਰਡੀਨੇਟਿੰਗ ਏਜੰਸੀ ਦਾ ਮਤਲਬ ਆ ਜੇ ਉਹ ਜੇਲ ਡਿਪਾਰਟਮੈਂਟ ਨਾਲ ਲਿੰਕਡ ਆ ਗੈਂਗਸਟਰ ਦਾ ਕੋਈ ਇਸ਼ੂ, ਚਾਹੇ ਉਹ ਜ਼ਿਲ੍ਹਾ ਪੁਲਿਸ ਦੇ ਨਾਲ ਆ, ਚਾਹੇ ਉਹ ਕਿਸੇ ਦੂਸਰੇ ਵਿੰਗ ਦੇ ਨਾਲ ਆ, ਐਂਟੀ ਗੈਂਗਸਟਰ ਟਾਸਕ ਫੋਰਸ ਸਾਰਿਆਂ ਨਾਲ ਹੀ ਕੋਆਰਡੀਨੇਟ ਕਰਦੀ ਆ। ਸਿਮਿਲਰਲੀ ਜਦੋਂ ਆਪਾਂ ਟੈਰਰਿਜ਼ਮ ਦੀ ਗੱਲ ਕਰਦੇ ਆ, ਇੰਟਰਨਲ ਸਿਕਿਉਰਿਟੀ ਵਿੰਗ ਜਿਹੜਾ ਵਾ ਉਹ ਇੱਕ ਕੋਆਰਡੀਨੇਟਿੰਗ ਏਜੰਸੀ ਆ। ਸੋ ਇੱਕ ਨੋਡਲ ਪੁਆਇੰਟ ਹਰ ਚੀਜ਼ ਦਾ ਆਲਰੇਡੀ ਪੰਜਾਬ ਪੁਲਿਸ 'ਚ ਬਣਿਆ ਹੋਇਆ ਹੈ। ਜਿੰਨੀ ਟੈਰਰਿਜ਼ਮ ਰਿਲੇਟਡ ਇਸ਼ੂਜ਼ ਹੋਣਗੇ, ਚਾਹੇ ਜ਼ਿਲ੍ਹਾ ਫੜੇ ਚਾਹੇ ਕੋਈ ਦੂਸਰਾ ਵਿੰਗ ਫੜੇ, ਉਹਦੀ ਸਾਰੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਆ, ਕੀ ਕੋਆਰਡੀਨੇਸ਼ਨ ਆਪਸ 'ਚ ਚਾਹੀਦਾ ਹੈ, ਸਾਰਾ ਇੰਟਰਨਲ ਸਿਕਿਉਰਿਟੀ ਵਿੰਗ 'ਚ ਹੋਏਗਾ। ਸਿਮਿਲਰਲੀ ਜਦੋਂ ਆਪਾਂ ਗੈਂਗਸਟਰਸ ਦੀ ਗੱਲ ਕਰਦੇ ਹਾਂ, ਉਹ ਪੂਰਾ ਐਂਟੀ ਗੈਂਗਸਟਰ ਟਾਸਕ ਫੋਰਸ ਕੋਲੇ ਹੋਏਗਾ। ਸੋ ਇਹ ਦੋਨੋਂ ਨੋਡਲ ਏਜੰਸੀਜ਼ ਬਣੀਆਂ ਹੋਈਆਂ ਸਾਡੀਆਂ ਇਸ ਕੰਮ ਵਾਸਤੇ। ਔਰ ਇਸੇ ਤਰ੍ਹਾਂ STF ਜਿਹੜੀ ਆ ਉਹ ਸਾਡੀ ਡਰੱਗਸ ਦੀ ਨੋਡਲ ਏਜੰਸੀ ਆ। ਕੋਈ ਵੀ ਡਰੱਗਸ ਰਿਲੇਟਡ ਇਸ਼ੂ ਹੋਵੇ, ਡਰੱਗਸ ਰਿਲੇਟਡ ਇਨਫੋਰਮੇਸ਼ਨ ਹੋਵੇ, ਫੜਨਾ ਹੋਵੇ ਤਾਂ STF ਕੋਆਰਡੀਨੇਟ ਕਰਦੀ ਹੈ। ਸੋ ਆਲਰੇਡੀ ਇਹ ਬਣੀਆਂ ਹੋਈਆਂ, ਚਾਹੇ ਉਹ ਜੇਲ ਡਿਪਾਰਟਮੈਂਟ ਨਾਲ ਕੋਆਰਡੀਨੇਟ ਕਰਨਾ ਹੋਵੇ, ਚਾਹੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਪਣੇ ਜ਼ਿਲ੍ਹਿਆਂ ਦੇ ਨਾਲ ਕਰਨਾ ਹੋਵੇ, ਈਵਨ ਦੂਸਰੀਆਂ ਸਟੇਟਸ ਨਾਲ ਕੋਆਰਡੀਨੇਟ ਕਰਨਾ ਹੋਵੇ। ਸੋ ਹਰ ਚੀਜ਼ ਦੀ ਇੱਕ ਨੋਡਲ ਏਜੰਸੀ ਬਣੀ ਹੋਈ ਹੈ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ।